ਸਟਾਰਟ। ਪਿਛਲੇ ਕੁਝ ਮਹੀਨਿਆਂ ਤੋਂ ਕਿਸਾਨ ਅੰਦੋਲਨ ਦੇ ਚੱਲਦਿਆਂ ਅਤੇ ਹੁਣ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਐਲਾਨ ਨਾਲ ਪੰਜਾਬ ਦਾ ਮਾਹੌਲ ਇੱਕ ਵਾਰ ਫਿਰ ਤਲਖ ਹੋਣਾ ਸ਼ੁਰੂ ਹੋ ਗਿਆ ਹੈ। ਡੰਡੀ ਇਸ ਗੱਲ 'ਤੇ ਸਵਾਲ ਚੁੱਕੇ ਜਾਂਦੇ ਰਹੇ ਹਨ ਕਿ ਅਜਿਹੇ ਮਾਹੌਲ ਵਿੱਚ ਇਹ ਚੋਣਾਂ ਕਰਵਾਉਣੀਆਂ ਕਿੰਨੀਆਂ ਕੁ ਠੀਕ ਹਨ। ਪ੍ਰਸ਼ਨ ਚਿੰਨ੍ਹ। ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੋਂ ਹੀ ਸੂਬੇ ਦੇ ਭਾਜਪਾ ਆਗੂ ਕਿਸਾਨ ਜਥੇਬੰਦੀਆਂ ਦੇ ਨਿਸ਼ਾਨੇ 'ਤੇ ਹਨ। ਡੰਡੀ ਉਹਨਾਂ ਦੇ ਘਰਾਂ ਅੱਗੇ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ। ਡੰਡੀ ਜਿੱਥੇ ਕਿਤੇ ਵੀ ਉਹ ਸਿਆਸੀ ਜਾਂ ਸਮਾਜਿਕ ਸਮਾਗਮਾਂ 'ਤੇ ਜਾਂਦੇ ਹਨ, ਉੱਥੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ। ਡੰਡੀ ਅਜਿਹਾ ਇੱਕ ਵਾਰ ਨਹੀਂ ਅਨੇਕਾਂ ਵਾਰ ਹੋ ਚੁੱਕਾ ਹੈ। ਡੰਡੀ ਬਹੁਤ ਵਾਰ ਸਥਿਤੀ ਗੰਭੀਰ ਬਣਦੀ ਜਾ ਰਹੀ ਹੈ। ਡੰਡੀ ਵੱਖ-ਵੱਖ ਧੜੇ ਇੱਕ ਦੂਜੇ ਨਾਲ ਆਮੋ ਸਾਹਮਣੇ ਹੁੰਦੇ ਰਹੇ ਹਨ। ਡੰਡੀ ਅਜਿਹੀ ਸਥਿਤੀ ਪੁਲਿਸ ਅਤੇ ਸਥਾਨਕ ਪ੍ਰਬੰਧਕੀ ਮਸ਼ੀਨਰੀ ਲਈ ਬੇਹੱਦ ਇਮਤਿਹਾਨ ਵਾਲੀ ਬਣ ਜਾਂਦੀ ਹੈ। ਡੰਡੀ ਜੇਕਰ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਕਿਸੇ ਸਮੇਂ ਵੀ ਸਥਿਤੀ ਗੰਭੀਰ ਰੁਖ ਅਖਤਿਆਰ ਕਰ ਸਕਦੀ ਹੈ, ਜੋ ਸੂਬੇ ਦੇ ਸੰਤਾਪ ਵਿੱਚ ਹੋਰ ਵੀ ਵਾਧਾ ਕਰਨ ਵਾਲੀ ਹੋਵੇਗੀ। ਡੰਡੀ ਇਸੇ ਹੀ ਤਰ੍ਹਾਂ ਕਾਫੀ ਵਾਰ ਕਾਂਗਰਸ ਆਗੂਆਂ ਅਤੇ ਅਕਾਲੀ ਦਲ ਦੇ ਨੇਤਾਵਾਂ ਨੂੰ ਵੀ ਗੁੱਸੇ ਦਾ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਡੰਡੀ ਪਿਛਲੇ ਦਿਨੀਂ ਜੋ ਕੁਝ ਵਾਪਰਿਆ ਹੈ ਉਹ ਬੇਹੱਦ ਮਾੜਾ ਕਿਹਾ ਜਾ ਸਕਦਾ ਹੈ। ਡੰਡੀ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਨਵਾਂ ਸ਼ਹਿਰ ਵਿੱਚ ਭਾਰੀ ਵਿਰੋਧ ਹੋਇਆ। ਇਸ ਕਰਕੇ ਉਹਨਾਂ ਨੂੰ ਆਯੋਜਿਤ ਮੀਟਿੰਗ ਰੱਦ ਕਰਕੇ ਵਾਪਸ ਮੁੜਨਾ ਪਿਆ। ਡੰਡੀ ਇਸੇ ਤਰ੍ਹਾਂ ਹੀ ਮੋਗਾ ਵਿੱਚ ਭਾਜਪਾ ਦੇ ਨੇਤਾ ਵਿਜੇ ਸਾਂਪਲਾ ਨੂੰ ਕਿਸਾਨਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਡੰਡੀ ਸਾਂਪਲਾ ਨੂੰ 14 ਫਰਵਰੀ ਨੂੰ ਹੀ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਚੋਣ ਆਬਜ਼ਰਵਰ ਲਗਾਇਆ ਗਿਆ ਹੈ। ਡੰਡੀ ਮੋਗਾ ਵਿੱਚ ਜਦੋਂ ਉਹ ਮੀਟਿੰਗ ਤੋਂ ਜਾਣ ਲੱਗੇ ਤਾਂ ਉਹਨਾਂ ਦੀਆਂ ਗੱਡੀਆਂ ਨੂੰ ਘੇਰ ਲਿਆ ਗਿਆ ਅਤੇ ਸਖਤ ਨਾਅਰੇਬਾਜ਼ੀ ਕੀਤੀ ਗਈ। ਡੰਡੀ ਨਵਾਂ ਸ਼ਹਿਰ ਵਿੱਚ ਭਾਜਪਾ ਪ੍ਰਧਾਨ ਦੇ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਦਿੱਤੇ। ਡੰਡੀ ਇਸੇ ਹੀ ਤਰ੍ਹਾਂ ਹੁਸ਼ਿਆਰਪੁਰ, ਲੁਧਿਆਣਾ ਅਤੇ ਨੰਗਲ ਵਿੱਚ ਵੀ ਉਹਨਾਂ ਦਾ ਸਖਤ ਵਿਰੋਧ ਕੀਤਾ ਗਿਆ। ਡੰਡੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਵੀ ਹੁਸ਼ਿਆਰਪੁਰ ਵਿੱਚ ਘੇਰਿਆ ਗਿਆ ਅਤੇ ਉਹਨਾਂ ਨੂੰ ਇੱਕ ਸਕੂਲ ਵਿੱਚ ਕਈ ਘੰਟਿਆਂ ਤੱਕ ਬੈਠਣਾ ਪਿਆ। ਡੰਡੀ ਇਸ ਦੇ ਨਾਲ ਨਾਲ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੀ ਆਪਸ ਵਿੱਚ ਚੱਲ ਰਹੀ ਕਸ਼ਮਕਸ਼ ਨੇ ਵੀ ਨਵੀਆਂ ਹੱਦਾਂ ਛੂਹ ਲਈਆਂ ਹਨ। ਡੰਡੀ ਜਲਾਲਾਬਾਦ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਡੰਡੀ ਸਟਾਰ। ਕਈ ਥਾਵਾਂ 'ਤੇ ਕਾਗਜ਼ ਦਾਖਲ ਕਰਵਾਉਣ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ ਦੇ ਵਰਕਰਾਂ ਵਿਚਕਾਰ ਟਕਰਾਅ ਹੋਇਆ। ਡੰਡੀ ਮੋਗੇ ਵਿੱਚ 2 ਅਕਾਲੀ ਵਰਕਰ ਮਾਰੇ ਗਏ ਹਨ। ਡੰਡੀ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਪੰਜਾਬ ਦੇ ਰਾਜਪਾਲ ਨੂੰ ਵੀ ਮਿਲਿਆ। ਡੰਡੀ
ਉਹਨਾਂ ਗਿਲਾ ਕੀਤਾ ਕਿ ਸੂਬਾ ਸਰਕਾਰ ਦੀ ਸ਼ਹਿ 'ਤੇ ਉਹਨਾਂ ਦੇ ਬਹੁਤ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਮੂਹਿਕ ਤੌਰ 'ਤੇ ਰੱਦ ਕਰ ਦਿੱਤੇ ਗਏ। ਡੰਡੀ ਇਸ ਦੇ ਨਾਲ ਹੀ ਉਹਨਾਂ ਨੇ ਚੋਣਾਂ ਸਹੀ ਢੰਗ ਨਾਲ ਕਰਵਾਉਣ ਲਈ ਅਰਧ ਸੈਨਿਕ ਦਲਾਂ ਦੀ ਨਿਯੁਕਤੀ ਦੀ ਮੰਗ ਕੀਤੀ ਅਤੇ ਸੂਬੇ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ 'ਤੇ ਵੀ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ। ਡੰਡੀ ਸਾਰੀਆਂ ਹੀ ਪਾਰਟੀਆਂ ਇੱਕ ਦੂਜੇ ਵਿਰੁੱਧ ਜ਼ਹਿਰੀਲੀ ਬਿਆਨਬਾਜ਼ੀ ਕਰਦੀਆਂ ਨਜ਼ਰ ਆ ਰਹੀਆਂ ਹਨ। ਡੰਡੀ ਇਹ ਅਕਸਰ ਦੇਖਣ ਵਿੱਚ ਆਇਆ ਹੈ ਕਿ ਅਜਿਹੀਆਂ ਸਥਾਨਕ ਚੋਣਾਂ ਵਿੱਚ ਪ੍ਰਸ਼ਾਸਨ ਚਲਾ ਰਹੀ ਪਾਰਟੀ ਆਪਣੀ ਹਿੱਕ ਦੇ ਜ਼ੋਰ ਨਾਲ ਹਰ ਤਰ੍ਹਾਂ ਦਾ ਧੱਕਾ ਕਰਨ ਨੂੰ ਤਰਜੀਹ ਦਿੰਦੀ ਹੈ, ਜਿਸ ਨਾਲ ਸਮਾਜਿਕ ਦੂਰੀਆਂ ਵੀ ਵੱਧਦੀਆਂ ਹਨ ਅਤੇ ਕਈ ਵਾਰ ਇਹ ਦੁਸ਼ਮਣੀ ਵਿੱਚ ਬਦਲ ਜਾਂਦੀਆਂ ਹਨ। ਡੰਡੀ ਇਸੇ ਤਰ੍ਹਾਂ ਹੀ ਆਪ ਨੇ ਅਨੇਕਾਂ ਵਾਰ ਚੋਣਾਂ ਜਿੱਤਣ ਲਈ ਕਾਂਗਰਸ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਹਨ। ਡੰਡੀ ਉਹਨਾਂ ਨੇ ਉਹਨਾਂ ਸ਼ਹਿਰਾਂ ਦਾ ਨਾਂ ਵੀ ਲਿਆ ਜਿੱਥੇ ਇਹ ਚੋਣਾਂ ਹੋ ਰਹੀਆਂ ਹਨ ਅਤੇ ਆਪ ਵਿਧਾਇਕਾਂ ਨੂੰ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪਿਆ। ਡੰਡੀ ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਸਥਾਨਕ ਪੁਲਿਸ ਆਪ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਵਿੱਚ ਅੜਿੱਕਾ ਪਾਉਂਦੀ ਰਹੀ ਹੈ। ਡੰਡੀ ਉਹਨਾਂ ਨੇ ਵੀ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਦੀ ਮੰਗ ਕੀਤੀ ਹੈ। ਡੰਡੀ ਸੂਬੇ ਵਿੱਚ 1700 ਤੋਂ ਵਧੇਰੇ ਚੋਣ ਬੂਥ ਸੰਵੇਦਨਸ਼ੀਲ ਅਤੇ 800 ਤੋਂ ਵਧੇਰੇ ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ। ਡੰਡੀ ਇਸ ਲਈ ਇਹ ਡਰ ਪੈਦਾ ਹੋ ਰਿਹਾ ਹੈ ਕਿ 14 ਫਰਵਰੀ ਨੂੰ ਵੋਟਿੰਗ ਵਾਲੇ ਦਿਨ ਹਾਲਾਤ ਹੋਰ ਵਿਗੜ ਸਕਦੇ ਹਨ। ਡੰਡੀ ਅਸੀਂ ਸਮਝਦੇ ਹਾਂ ਕਿ ਪੈਦਾ ਹੋ ਰਹੀ ਇਸ ਗੰਭੀਰ ਸਥਿਤੀ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ। ਡੰਡੀ ਜੇਕਰ ਇਹਨਾਂ ਚੋਣਾਂ ਦੌਰਾਨ ਮਾਹੌਲ ਵਿਗੜਦਾ ਹੈ ਤਾਂ ਇਸ ਦਾ ਸਰਕਾਰ ਦੇ ਅਕਸ 'ਤੇ ਬੇਹੱਦ ਮਾੜਾ ਪ੍ਰਭਾਵ ਪਵੇਗਾ। ਡੰਡੀ ਇਹ ਸਥਾਨਕ ਚੋਣਾਂ ਜਿੱਤਣ ਨਾਲੋਂ ਸੂਬੇ ਦੇ ਮਾਹੌਲ ਨੂੰ ਠੀਕ ਬਣਾਈ ਰੱਖਣਾ ਜ਼ਿਆਦਾ ਅਹਿਮ ਹੋਵੇਗਾ। ਡੰਡੀ ਕਿਸੇ ਨੂੰ ਵੀ ਇਹ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਕਿ ਉਹ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗਾੜੇ ਅਤੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲਵੇ। ਡੰਡੀ ਨਾ ਹੀ ਕਿਸੇ ਨੂੰ ਸਿਆਸੀ ਅਤੇ ਸਮਾਜਿਕ ਇਕੱਠਾਂ ਜਾਂ ਕਾਨਫਰੰਸਾਂ ਵਿੱਚ ਹਿੱਸਾ ਲੈਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਡੰਡੀ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਸਥਿਤੀ ਨੂੰ ਨਾ ਸੰਭਾਲਿਆ ਤਾਂ ਇਸ 'ਚੋਂ ਨਿਕਲੇ ਮਾੜੇ ਸਿੱਟਿਆਂ ਲਈ ਉਹ ਸਭ ਤੋਂ ਵਧੇਰੇ ਜ਼ਿੰਮੇਵਾਰ ਹੋਵੇਗੀ। ਡੰਡੀ ਕਿਉਂਕਿ ਸਿਆਸਤਦਾਨਾਂ ਦੀ ਨਿੱਤ ਦਿਨ ਦੀ ਬੇਲੋੜੀ ਬਿਆਨਬਾਜ਼ੀ ਨਾਲ ਪਹਿਲਾਂ ਹੀ ਮਾਹੌਲ ਵਿਗੜ ਚੁੱਕਾ ਹੈ, ਜਿਸ ਨੂੰ ਹੋਰ ਖਰਾਬ ਹੋਣ ਤੋਂ ਰੋਕਣਾ ਚਾਹੀਦਾ ਹੈ। ਡੰਡੀ ਕਿਸਾਨੀ ਮਨੁੱਖਤਾ ਦਾ ਪਹਿਲਾ ਕਿੱਤਾ ਮੰਨਿਆ ਗਿਆ ਹੈ। ਡੰਡੀ ਪੰਜਾਬ ਦੇ ਪ੍ਰਾਚੀਨ ਇਤਿਹਾਸ ਵਿੱਚੋਂ ਮਿਲਦੇ ਸੰਕੇਤਕ ਇਸ਼ਾਰਿਆਂ ਤੋਂ ਇਹ ਵੀ ਅਨੁਮਾਨ ਲਗਾਇਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਉਪ ਪਹਾੜੀ ਖੇਤਰ ਦੇ ਉਪਜਾਊ ਮੈਦਾਨਾਂ ਵਿੱਚ ਕਣਕ ਦੀ ਖੇਤੀ ਕੀਤੀ ਗਈ। ਡੰਡੀ ਜਿਸ ਦਾ ਵਿਸਤਾਰ ਵੱਡੇ ਪੱਧਰ 'ਤੇ ਮੁਗਲ ਕਾਲ ਵਿੱਚ ਪੰਜਾਬ ਦੇ ਦੁਆਬਿਆਂ ਦੇ ਗਠਨ ਨਾਲ ਹੋਇਆ। ਡੰਡੀ ਪੰਜਾਬ ਵਿੱਚ ਖੇਤੀ ਜੱਟਾਂ ਲਈ ਸਭ ਤੋਂ ਮਨ ਭਾਉਂਦਾ ਕਿੱਤਾ ਬਣ ਗਿਆ। ਡੰਡੀ ਇਸ ਪ੍ਰਕਾਰ ਧਰਤੀ ਨਾਲ ਉਹਨਾਂ ਦੀ ਪੱਕੀ ਸਦੀਵੀ ਸਾਂਝ ਬਣ ਗਈ। ਡੰਡੀ ਜੱਟਾਂ ਨੂੰ
ਇਤਿਹਾਸਕਾਰ ਟੋਡ ਅਤੇ ਕਨਿੰਗਮ ਹਿੰਦੀ ਸਿਥੀਅਨ ਮੂਲ ਦੇ ਲੋਕ ਦੱਸਦੇ ਹਨ ਜੋ ਪਹਿਲਾਂ ਪੰਜਾਬ ਵਿੱਚ ਆ ਵਸੇ ਅਤੇ ਉਪਰੰਤ ਭਾਰਤ ਦੇ ਵਿਭਿੰਨ ਇਲਾਕਿਆਂ ਵਿੱਚ ਖਿਲਰਦੇ ਗਏ। ਡੰਡੀ ਇਸੇ ਅਮਲ ਵਿੱਚ ਭਾਰਤ ਦੇ ਦੋ ਪ੍ਰਮੁੱਖ ਧਰਮਾਂ ਨਾਲ ਜੱਟਾਂ ਦੀ ਸਾਂਝ ਬਣੀ। ਡੰਡੀ ਪੰਜਾਬ ਵਿੱਚ ਸਿੱਖ ਧਰਮ ਦੇ ਉਥਾਨ ਕਾਲ ਦੌਰਾਨ ਜੱਟਾਂ ਦੇ ਵਧੇਰੇ ਕਬੀਲੇ ਸਖੀ ਸਰਵਰ ਸੁਲਤਾਨ ਦੀ ਪਰੰਪਰਾ ਦੁਆਰਾ ਇਸਲਾਮੀ ਪ੍ਰਭਾਵ ਕਬੂਲ ਕਰ ਚੁੱਕੇ ਸਨ। ਡੰਡੀ ਪਰ ਪੰਜਵੇਂ ਸਿੱਖ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਾਝੇ ਦੁਆਬੇ ਦੇ ਉਪਜਾਊ ਮੈਦਾਨਾਂ ਵਿੱਚ ਜ਼ੋਰਦਾਰ ਸਿੱਖੀ ਪ੍ਰਚਾਰ ਨੇ ਪੰਜਾਬ ਦੇ ਜੱਟਾਂ ਦੀ ਸਮੂਹਿਕ ਆਬਾਦੀ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਡੰਡੀ ਅਸਲ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸੰਪੂਰਨ ਬਰਾਬਰੀ ਅਤੇ ਇੱਕੋ ਇੱਕ ਅਕਾਲ ਦੇ ਸਿਧਾਂਤ ਨੂੰ ਜੱਟ ਸੋਚਣੀ ਨੇ ਤੁਰੰਤ ਗ੍ਰਹਿਣ ਕਰ ਲਿਆ ਅਤੇ ਇਸੇ ਅਮਲ ਵਿੱਚ ਸਿੱਖ ਪ੍ਰਚਾਰਕ ਸੰਗਠਨ ਮਸੰਦ ਪ੍ਰਥਾ ਵਿੱਚ ਜੱਟਾਂ ਨੂੰ ਚੋਖੀ ਗਿਣਤੀ ਵਿੱਚ ਮਾਣ ਸਤਿਕਾਰ ਮਿਲ ਗਿਆ। ਡੰਡੀ ਭਾਈ ਬਿਧੀ ਚੰਦ ਭਾਈ ਬਹਿਲੋ ਪਹਿਲਾ ਨਾਮ ਬਹਿਲੋਲ ਵਰਗਿਆਂ ਦੀ ਸਿੱਖੀ ਪ੍ਰਚਾਰ ਹਿੱਤ ਸੇਵਾ ਦੀ ਭਰਪੂਰ ਚਰਚਾ ਹੋਣ ਲੱਗੀ। ਡੰਡੀ ਉਧਰ ਹਿੰਦੂ ਰਾਜਪੂਤ ਕਬੀਲਿਆਂ ਦੀ ਸੰਕੀਰਣਤਾ ਨੇ ਜੱਟਾਂ ਨੂੰ ਜਾਤ ਪਾਤ ਪ੍ਰਣਾਲੀ ਵਿੱਚ ਵੈਸ਼ਹੀਨ ਦਰਸਾ ਕੇ ਜੱਟਾਂ ਦਾ ਨਿਰਾਦਰ ਕਰ ਦਿੱਤਾ। ਡੰਡੀ ਇਸ ਪ੍ਰਕਾਰ ਪੰਜਾਬ ਵਿੱਚ ਵਸੇ ਜੱਟਾਂ ਨੇ ਸਮੂਹਿਕ ਤੌਰ 'ਤੇ ਸਿੱਖ ਧਰਮ ਕਬੂਲ ਕਰ ਲਿਆ ਅਤੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਵਿੱਚ ਖਾਲਸਾ ਸਾਜੇ ਜਾਣ ਉਪਰੰਤ ਉਹ ਸਿੱਖ ਸੰਗਠਨ ਰੀੜ੍ਹ ਦੀ ਹੱਡੀ ਸਮਝੇ ਜਾਣ ਲੱਗੇ। ਡੰਡੀ ਪੰਜਾਬ ਦੇ ਮੁੱਢਲੇ ਪ੍ਰਵਾਸੀ ਜੱਟ ਕਬੀਲਿਆਂ ਵਿੱਚੋਂ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਸਿਧਾਂਤ ਵੱਲ ਆਕਰਸ਼ਿਤ ਹੋਣ ਵਾਲੇ ਭਾਈ ਬੁੱਢਾ ਅਤੇ ਭਾਈ ਅਜਿੱਤਾ ਦੋਵੇਂ ਰੰਧਾਵੇ ਜੱਟ ਸਨ ਜਿਨ੍ਹਾਂ ਨੂੰ ਮਾਝੇ ਦੇ ਮੁਹਰੈਲ ਅਤੇ ਸਰਗਰਮ ਸਿੱਖ ਪ੍ਰਚਾਰਕ ਮੰਨਿਆ ਗਿਆ। ਡੰਡੀ ਇਸ ਪ੍ਰਕਾਰ ਜੱਟ ਕਬੀਲਿਆਂ ਨੂੰ ਸੱਭਿਅਕ ਬਣਾਉਣ ਦਾ ਪੂਰਾ ਕਾਰਜ ਕੁੱਲ ਮਿਲਾ ਕੇ ਸਿੱਖ ਧਰਮ ਦੀ ਨਿਗਰਾਨੀ ਵਿੱਚ ਹੋਇਆ। ਡੰਡੀ ਇਸੇ ਕਾਰਨ ਹੁਣ ਸਿੱਖ ਧਰਮ ਪੰਜਾਬ ਦੀ ਪੂਰੀ ਕਿਰਸਾਨੀ ਲਈ ਪ੍ਰੇਰਨਾ ਸਰੋਤ ਬਣ ਚੁੱਕਾ ਹੈ। ਡੰਡੀ ਅਜੋਕੇ ਕਿਸਾਨੀ ਅੰਦੋਲਨਾਂ ਵਿੱਚ ਸਿੱਖ ਰਵਾਇਤਾਂ ਅਤੇ ਚਿੰਨ੍ਹਾਂ ਦੀ ਭਰਪੂਰ ਵਰਤੋਂ ਨੂੰ ਇਸੇ ਪਿਛੋਕੜ ਦੇ ਹਵਾਲੇ ਨਾਲ ਦੇਖਿਆ ਜਾਣਾ ਚਾਹੀਦਾ ਹੈ। ਡੰਡੀ ਇਹ ਵੀ ਇੱਕ ਪ੍ਰਵਾਨਿਤ ਇਤਿਹਾਸਕ ਤੱਥ ਹੈ ਕਿ ਕਿਸਾਨੀ ਹਿੱਤਾਂ ਦੀ ਸੁਰੱਖਿਆ ਸਮਾਂ ਪਾ ਕੇ ਸਿੱਖ ਪੰਥਕ ਰਾਜਨੀਤੀ ਦਾ ਇੱਕ ਭਾਗ ਬਣ ਚੁੱਕੀ ਹੈ। ਡੰਡੀ ਸਿੱਖ ਅਧਿਆਤਮਕਤਾ ਸਿਧਾਂਤ ਵਿੱਚ ਸੰਪੂਰਨ ਬਰਾਬਰੀ ਦੀ ਸਰਬ ਵਿਆਪਕਤਾ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਡੰਡੀ ਖਾਲਸਾ ਸਿਰਜਣ ਦੇ ਅਮਲ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਹਰੇਕ ਅੰਮ੍ਰਿਤ ਅਭਿਲਾਸ਼ੀ ਲਈ ਕੁੱਲ ਨਾਸ਼, ਕਰਮ ਨਾਸ਼, ਕਿਰਤ ਨਾਸ਼ ਅਤੇ ਧਰਮ ਨਾਸ਼ ਬਣਨਾ ਜ਼ਰੂਰੀ ਦਰਸਾਇਆ ਸੀ, ਜਿਸ ਦਾ ਭਾਵ ਸੀ ਕਿ ਸਿੱਖ ਧਰਮ ਦਾ ਹਰੇਕ ਅਨੁਯਾਈ ਸਮਾਜ ਵਿੱਚ ਇਹਨਾਂ ਚੌਹਾਂ ਤੱਥਾਂ ਨੂੰ ਧਿਆਨ ਵਿੱਚ ਰੱਖ ਕੇ ਵਿਸ਼ੇਸ਼ ਮਹੱਤਵ ਜਾਂ ਉਚਿਤਤਾ ਦਾ ਦਾਅਵਾ ਨਹੀਂ ਸੀ ਕਰ ਸਕਦਾ। ਡੰਡੀ ਇਸੇ ਸਿਧਾਂਤ ਮੁਤਾਬਕ
ਕਿਸਾਨੀ ਦਾ ਅਜੋਕਾ ਸੰਕਟ ਸਮੁੱਚੇ ਸਿੱਖ ਪੰਥ ਦਾ ਸਰੋਕਾਰ ਬਣ ਗਿਆ ਹੈ ਡੈਂਡੀ, ਜਿਸ ਕਰਕੇ ਸਰਕਾਰ ਨੂੰ ਸਿੱਖਾਂ ਦੀ ਧਾਰਮਿਕ ਘੱਟ ਗਿਣਤੀ ਦੀ ਸਥਿਤੀ ਅਤੇ ਕਿਰਸਾਨੀ ਸੰਕਟ ਨੂੰ ਰਲਗੱਡ ਕਰਕੇ ਨਹੀਂ ਦੇਖਣਾ ਚਾਹੀਦਾ ਡੈਂਡੀ। ਅਜਿਹਾ ਕਰਨ ਨਾਲ ਪੰਜਾਬ ਦੀ ਰਾਜਨੀਤੀ 'ਤੇ ਵਧੇਰੇ ਗੁੰਝਲਦਾਰ ਬਣ ਜਾਣ ਦਾ ਡਰ ਸਦਾ ਹੀ ਬਣਿਆ ਰਹੇਗਾ ਡੈਂਡੀ। ਪੰਜਾਬ ਵਿੱਚ ਹਿੰਦੂ ਸਿੱਖ ਸੰਬੰਧਾਂ ਦੀ ਸਮੱਸਿਆ ਨੂੰ ਵਿਸ਼ੇਸ਼ ਤੌਰ 'ਤੇ ਉਪਰੋਕਤ ਤੱਥਾਂ ਤੋਂ ਅੱਡਰੇ ਰੱਖ ਕੇ ਸਮਝਣ ਦੀ ਲੋੜ ਹੈ ਡੈਂਡੀ। ਹਿੰਦੂ ਅਤੇ ਸਿੱਖ ਧਰਮਾਂ ਨੂੰ ਦੋ ਸੁਤੰਤਰ ਧਾਰਮਿਕ ਪ੍ਰਣਾਲੀਆਂ ਮੰਨ ਕੇ ਦੇਖਣਾ ਠੀਕ ਰਹੇਗਾ ਡੈਂਡੀ। ਗੁਰੂ ਨਾਨਕ ਸਾਹਿਬ ਨੇ ਮੁੱਢ ਤੋਂ ਹੀ ਸਿੱਖ ਧਰਮ ਦੀ ਸਿਰਜਣਾ ਨੂੰ ਨਾ ਹਿੰਦੂ ਨਾ ਮੁਸਲਮਾਨ ਕਹਿ ਕੇ ਇੱਕ ਨਵੇਂ ਸਿੱਕੇ ਚਲਾਉਣ ਦੇ ਤੁੱਲ ਸੁਤੰਤਰ ਧਰਮ ਦੀ ਸਾਜਨਾ ਦਰਸਾ ਦਿੱਤੀ ਸੀ ਡੈਂਡੀ। ਸੰਪੂਰਨ ਬਰਾਬਰੀ ਦਾ ਸਿਧਾਂਤ ਹਿੰਦੂ ਬ੍ਰਾਹਮਣੀ ਚਿੰਤਕਾਂ ਲਈ ਵੱਡੀ ਚੁਣੌਤੀ ਸੀ, ਜਿਸ ਕਰਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਮੁੱਢ ਵਿੱਚ ਸੁਧਾਰਕ ਗਰਦਾਨਿਆ ਡੈਂਡੀ। ਇਹ ਰਾਹ ਉਹਨਾਂ ਨੂੰ ਸਿੱਖ ਧਰਮ ਗ੍ਰਹਿਣ ਕਰਨ ਦੀ ਪ੍ਰਕਿਰਿਆ ਵਿੱਚ ਧਰਮ ਪਰਿਵਰਤਨ ਨਾਲੋਂ ਅਕਾਲ ਅਤੇ ਗੁਰੂ ਤਾਈਂ ਸਮਰਪਣ ਨੂੰ ਪਹਿਲ ਦਿੱਤੀ ਜਾਣ ਕਰਕੇ ਵਧੇਰੇ ਮਹੱਤਵਪੂਰਨ ਲੱਗਾ ਡੈਂਡੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਹਿੰਦੂਆਂ ਦੇ ਜ਼ੋਰੀ ਇਸਲਾਮੀ ਧਰਮ ਪਰਿਵਰਤਨ ਦੀ ਲਹਿਰ ਦੇ ਵਿਰੋਧ ਵਿੱਚ ਭਾਰਤੀ ਜਨ ਸਮੂਹ ਨੇ ਸਮੂਹ ਧਰਮ ਦੀ ਰੱਖਿਆ ਲਈ ਅਦੁੱਤੀ ਕੁਰਬਾਨੀ ਮੰਨ ਲਿਆ ਡੈਂਡੀ। ਲੋਕ ਮਨ ਨੇ ਇਸੇ ਦ੍ਰਿਸ਼ਟੀ ਤੋਂ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਹਿ ਕੇ ਸਤਿਕਾਰਿਆ ਅਤੇ ਖਾਲਸੇ ਦੀ ਸਿਰਜਣਾ ਨੂੰ ਹਿੰਦੂ ਧਰਮ ਦੀ ਸੁਰੱਖਿਆ ਲਈ ਇੱਕ ਵਿਸ਼ੇਸ਼ ਉਚੇਚਾ ਕਦਮ ਕਰਕੇ ਦੇਖਿਆ ਡੈਂਡੀ। ਇਹਨਾਂ ਪਰਪੱਕ ਇਤਿਹਾਸਕ ਅਸਲੀਅਤਾਂ ਦੇ ਬਾਵਜੂਦ ਹਿੰਦੂ ਚਿੰਤਕਾਂ ਨੇ ਸਿੱਖ ਪੰਥ ਦੀ ਵਿਲੱਖਣਾ ਨੂੰ ਮੰਨ ਕੇ ਵੀ ਗੁਰੂ ਨਾਨਕ ਦੇ ਪੰਥ ਨਾਲ ਭਾਰਤੀ ਸਮਾਜਿਕ ਸਾਂਝ ਦੀ ਨੇੜਤਾ ਬਣਾਈ ਰੱਖੀ ਡੈਂਡੀ। ਪੰਜਾਬ ਵਿੱਚ ਇਸਲਾਮੀ ਧੱਕੜਸ਼ਾਹੀ ਦੇ ਸਨਮੁਖ ਇਹ ਨੀਤੀ ਰਾਜਨੀਤੀ ਵਿੱਚ ਇੱਕ ਢੁਕਦਾ ਰੱਖਿਆਤਮਕ ਵਸੀਲਾ ਵੀ ਸੀ ਡੈਂਡੀ। ਬਰਤਾਨਵੀ ਬਸਤੀਵਾਦੀ ਰਾਜ ਕਾਲ ਅਧੀਨ 19ਵੀਂ ਸ਼ਤਾਬਦੀ ਵਿੱਚ ਜਦੋਂ ਪੱਛਮੀ ਸਿੱਖਿਆ ਦੇ ਪਾਸਾਰ ਨਾਲ ਚੇਤਨਤਾ ਪਸਰੀ ਤਾਂ ਹਿੰਦੂ ਸਿੱਖ ਵਿਭਿੰਨ ਧਾਰਮਿਕ ਪਹਿਚਾਣ ਦਾ ਮਸਲਾ ਅਸਰਦਾਰ ਢੰਗ ਤਰੀਕੇ ਨਾਲ ਸਾਹਮਣੇ ਆਇਆ ਡੈਂਡੀ। ਪੰਜਾਬੀ ਹਿੰਦੂ ਚਿੰਤਕਾਂ ਲਈ ਇਹ ਸਮੱਸਿਆ ਰੱਖਿਆਤਮਕ ਵੀ ਸੀ ਡੰਡੀ। ਇਸਲਾਮੀ ਅਤੇ ਅੰਗਰੇਜ਼ ਵਿਦਵਾਨਾਂ ਨੇ ਹਿੰਦੂ ਧਰਮ ਨੂੰ ਪ੍ਰਾਚੀਨ ਬੁੱਤ ਪ੍ਰਸਤੀ, ਮਿਥਿਹਾਸਿਕ ਦੇਵੀ ਦੇਵਤਿਆਂ ਅਤੇ ਜਾਦੂ ਟੂਣਿਆਂ ਵਰਗੇ ਸੰਕੀਰਨ ਵਿਸ਼ਵਾਸਾਂ ਦੇ ਨੇੜੇ ਰੱਖ ਕੇ ਸਮਝਣ ਦੀ ਕੋਸ਼ਿਸ਼ ਕੀਤੀ ਡੰਡੀ। ਪਹਿਲੋਂ ਪਹਿਲ ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਸੁਧਾਰਕ ਹੀ ਗਰਦਾਨਿਆ ਡੰਡੀ। ਪਰ 19ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿੱਚ ਸਵਾਮੀ ਦਇਆਨੰਦ ਵੱਲੋਂ ਆਰੀਆ ਸਮਾਜ ਦੀ ਸਥਾਪਨਾ ਨੇ ਸਥਿਤੀ ਅਸਲੋਂ ਹੀ ਤਬਦੀਲ ਕਰ ਦਿੱਤੀ ਡੰਡੀ। ਆਰੀਆ ਸਮਾਜ ਸਪਸ਼ਟ ਹਿੰਦੂ ਪਹਿਚਾਣ ਨਿਰਧਾਰਤ ਕਰਨ
ਅਤੇ ਹਰੇਕ ਖੇਤਰ ਵਿੱਚ ਭਾਰਤੀ ਉੱਤਮਤਾ ਦਾ ਦਾਅਵਾ ਕਰਨ ਦਾ ਇੱਕ ਕਾਰਗਰ ਹੰਭਲਾ ਸੀ ਡੰਡੀ। ਸਵਾਮੀ ਦਇਆਨੰਦ ਤੀਖਣ ਬੁੱਧੀ ਵਾਲੇ ਚਿੰਤਕ ਸਨ ਡੰਡੀ। ਉਹਨਾਂ ਦੀ ਸਿੱਖਿਆ ਵਿੱਚ ਇਸ ਪੱਖੋਂ ਵੈਦਿਕ ਅਧਿਐਨ ਦੀ ਡੂੰਘਾਈ ਵੀ ਸੀ ਡੰਡੀ। ਉਹਨਾਂ ਨੂੰ ਛੇਤੀ ਪਤਾ ਲੱਗ ਗਿਆ ਕਿ ਗੁਰੂ ਨਾਨਕ ਸਾਹਿਬ ਦੇ ਵਿਭਿੰਨ ਫਲਸਫੇ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਿਰਧਾਰਤ ਕੀਤੀ ਨਿਵੇਕਲੀ ਸਿੱਖ ਪਹਿਚਾਨ ਅਤੇ ਸਿੱਖ ਰਹਿਤ ਮਰਿਆਦਾ ਦੀ ਆਪਣੀ ਹੀ ਪ੍ਰਸੰਗਤਾ ਨੂੰ ਨਕਾਰਨਾ ਕਠਨ ਹੈ ਡੰਡੀ। ਇਸੇ ਲਈ ਉਹਨਾਂ ਨੇ ਮੁੱਢ ਤੋਂ ਹੀ ਗੁਰੂ ਨਾਨਕ ਸਾਹਿਬ ਦੇ ਸਿੱਖੀ ਸਿਧਾਂਤ ਨੂੰ ਆਪਣੇ ਨਿਸ਼ਾਨੇ 'ਤੇ ਰੱਖਿਆ ਡੰਡੀ। 1875 ਈਸਵੀ ਵਿੱਚ ਸਵਾਮੀ ਦਇਆਨੰਦ ਵੱਲੋਂ ਆਪਣੀ ਪੁਸਤਕ ਸਤਿਅਰਥ ਪ੍ਰਕਾਸ਼ ਵਿੱਚ ਗੁਰੂ ਸਾਹਿਬ ਬਾਰੇ ਨਿੰਦਾਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਡੰਡੀ। ਜਦੋਂ ਕੁਝ ਪਤਵੰਤੇ ਸਿੱਖਾਂ, ਜਿਨ੍ਹਾਂ ਵਿੱਚ ਗਿਣਤੀ ਦੇ ਉਹ ਵਿਅਕਤੀ ਵੀ ਸ਼ਾਮਿਲ ਸਨ ਜੋ ਲਾਹੌਰ ਵਿਖੇ ਆਰੀਆ ਸਮਾਜ ਦੀ ਸਥਾਪਨਾ ਸਮੇਂ ਆਰੀਆ ਸਮਾਜ ਵਿੱਚ ਸ਼ਾਮਿਲ ਹੋਏ ਸਨ, ਦਾ ਧਿਆਨ ਇਸ ਪਾਸੇ ਗਿਆ ਤਾਂ ਉਹਨਾਂ ਨੇ ਰੋਸ ਪ੍ਰਗਟ ਕਰਕੇ ਆਰੀਆ ਸਮਾਜ ਛੱਡ ਦਿੱਤਾ ਡੰਡੀ। ਇਹਨਾਂ ਵਿੱਚ ਭਾਈ ਜਵਾਹਰ ਸਿੰਘ ਕਪੂਰ ਸ਼ਾਮਿਲ ਸਨ, ਜਿਨ੍ਹਾਂ ਨੇ ਬਰਤਾਨਵੀ ਬਸਤੀਵਾਦੀ ਸ਼ਾਸਨ ਪਾਸੋਂ ਪੰਜਾਬੀ ਨੂੰ ਰਾਜ ਭਾਸ਼ਾ ਬਣਾਉਣ ਦੀ ਸਭ ਤੋਂ ਪਹਿਲਾਂ ਮੰਗ ਕੀਤੀ ਸੀ ਡੰਡੀ। ਇਸ ਸੁਝਾਅ ਦਾ ਹਿੰਦੂ ਮੁਸਲਿਮ ਦੋਵਾਂ ਵੱਲੋਂ ਵਿਰੋਧ ਕੀਤਾ ਗਿਆ ਡੰਡੀ। ਇਸ ਘਟਨਾ ਉਪਰੰਤ ਲਾਹੌਰ ਅਤੇ ਮੇਰਠ ਦੇ ਉੱਗੇ ਆਰੀਆ ਸਮਾਜੀ ਖੁੱਲ੍ਹੇ ਤੌਰ 'ਤੇ ਸਿੱਖ ਵਿਰੋਧੀ ਬਣ ਗਏ ਅਤੇ ਉਹਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਵਿਰੁੱਧ ਵੀ ਅਣਉਚਿਤ ਸ਼ਬਦ ਵਰਤੇ ਜਾਣ ਲੱਗੇ ਡੰਡੀ। ਇਹ ਤਾਂ ਆਰੰਭ ਸੀ ਡੰਡੀ। ਸ਼ਹਿਰੀ ਪੰਜਾਬੀ ਹਿੰਦੂ ਬਹੁਤਾ ਕਰਕੇ ਆਰੀਆ ਸਮਾਜੀ ਹੋ ਗਏ ਅਤੇ ਉਹਨਾਂ ਨੇ ਰਾਜਸੀ ਤੌਰ 'ਤੇ ਆਪਣੀ ਪਹਿਚਾਣ ਬਾਕੀ ਭਾਰਤੀ ਹਿੰਦੂਆਂ ਨਾਲ ਬਣਾ ਕੇ ਰੱਖਣ ਵਿੱਚ ਬਿਹਤਰੀ ਸਮਝੀ ਡੰਡੀ। ਸੁਤੰਤਰਤਾ ਸੰਗਰਾਮ ਦੌਰਾਨ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਕੇ ਸਿੱਖ ਵਿਰੋਧੀਆਂ ਵਜੋਂ ਹੀ ਭੁਗਤਦੇ ਰਹੇ ਡੰਡੀ। ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਹਿੰਦੂ ਜਨ ਸਮੂਹ ਦਾ ਇਹ ਰਵੱਈਆ ਗੁਰਦੁਆਰਾ ਸੁਧਾਰ ਲਹਿਰ, ਸਿੱਖਾਂ ਦੀ ਨਿਵੇਕਲੀ ਸਮਾਜਿਕ ਪਹਿਚਾਣ ਅਤੇ ਸਿੱਖ ਧਰਮ ਦੀ ਸੁਤੰਤਰ ਨਿਵੇਕਲੀ ਸ਼ਨਾਖਤ ਸੰਬੰਧੀ ਚੇਤਨਤਾ ਪਸਰ ਜਾਣ ਦੇ ਪ੍ਰਤੀਕਰਮ ਵਜੋਂ ਸੀ ਡੰਡੀ। ਇਹ ਸਮੁੱਚੇ ਭਾਰਤ ਵਿੱਚ ਹਿੰਦੂ ਬਹੁਗਿਣਤੀ ਦੇ ਮਾਨਸਿਕ ਦਿਖਾਵੇ ਦੀ ਤਾਂਘ ਸਦਕਾ ਵੀ ਸੀ ਡੰਡੀ। ਇਹੀ ਹਿੰਦੂ ਕੌਮੀ ਦੇਸ਼ ਭਗਤੀ ਹਿੰਦੂਤਵ ਦੀ ਸੋਚਣੀ ਦਾ ਆਰੰਭ ਸੀ ਡੰਡੀ। 20ਵੀਂ ਸਦੀ ਦੇ ਪ੍ਰਮੁੱਖ ਸਿੱਖ ਨੇਤਾਵਾਂ ਨੇ ਸੁਤੰਤਰਤਾ ਸੰਗਰਾਮ ਦੌਰਾਨ ਹਿੰਦੂ ਮੁਸਲਿਮ ਫਿਰਕੇਦਾਰੀ ਦੀ ਤਿੱਖੀ ਦੁਫੇੜ ਨੇੜਿਓਂ ਦੇਖੀ ਸੀ ਅਤੇ ਇਤਿਹਾਸਕ ਤੌਰ 'ਤੇ ਉਹ ਸਿੱਖ ਮੁਸਲਿਮ ਸੰਘਰਸ਼ ਤੋਂ ਵੀ ਭਲੀ ਭਾਂਤ ਜਾਣੂ ਸਨ ਡੰਡੀ। ਇਸ ਲਈ 1947 ਈਸਵੀ ਵਿੱਚ ਪਾਕਿਸਤਾਨ ਦੀ ਸਿਰਜਣਾ ਦੇ ਅਵਸਰ 'ਤੇ ਉਹਨਾਂ ਸਿੱਖਾਂ ਦੀ ਤਕਦੀਰ ਭਾਰਤ ਨਾਲ ਜੋੜ ਲਈ, ਜਿੱਥੇ ਉਹਨਾਂ ਨੂੰ ਬੌਧ ਧਰਮਾਂ 'ਤੇ ਆਧਾਰਿਤ ਨਿਰਪੱਖਤਾ ਅਤੇ ਸਹਿ ਹੋਂਦ ਦੇ
ਧਰਮ ਖਾਸੇ ਵਾਲੀਆਂ ਵਰਤਮਾਨ ਕਦਰਾਂ ਕੀਮਤਾਂ ਮਨੁੱਖੀ ਅਧਿਕਾਰਾਂ ਦੇ ਸੰਕਲਪ ਵਾਲੇ ਸਮਾਜ ਦੀ ਸਿਰਜਣਾ ਦੀ ਉਮੀਦ ਦਿਸੀ ਡੰਡੀ। ਉਪਰੋਕਤ ਇਤਿਹਾਸਿਕ ਪਰਿਸਥਿਤੀਆਂ ਦੇ ਪਿਛੋਕੜ ਸਦਕਾ ਵਰਤਮਾਨ ਕਿਰਸਾਨੀ ਅੰਦੋਲਨ ਵਿੱਚ ਸਿੱਖ ਰਾਜਸੀ ਰਵਾਇਤਾਂ ਦੇ ਢੰਗ ਤਰੀਕਿਆਂ ਅਤੇ ਸਿੱਖ ਚਿੰਨ੍ਹਾਂ ਦੀ ਵਰਤੋਂ ਸੁਭਾਵਿਕ ਹੀ, ਜਿਸ ਨੂੰ ਖਾਲਿਸਤਾਨੀ ਜਾਂ ਵੱਖਵਾਦੀ ਕਹਿ ਕੇ ਭੰਡਣਾ ਅਣਉਚਿਤ ਕੋਝਾ ਸਿਆਸੀ ਸਲੀਕਾ ਹੋਵੇਗਾ ਡੰਡੀ ਕਿ ਹਿੰਦੂ ਬਹੁਗਿਣਤੀ ਇਸ ਸਿੱਖ ਪਹੁੰਚ ਨੂੰ ਸੁਨਿਸ਼ਚਿਤ ਕਰਵਾਏਗੀ। ਪ੍ਰਸ਼ਨ ਚਿੰਨ੍ਹ ਇਹ ਦੇਖਣ ਵਾਲੀ ਗੱਲ ਹੋਵੇਗੀ ਡੰਡੀ। ਸਟਾਰਟ। ਅੱਜ ਸਾਡੇ ਸਮਾਜ ਵਿੱਚ ਵੱਧ ਰਹੀਆਂ ਖੁਦਕੁਸ਼ੀਆਂ ਦੇ ਮਸਲੇ 'ਤੇ ਚਾਨਣ ਪਾਉਣ ਦੀ ਸਖਤ ਜ਼ਰੂਰਤ ਹੈ ਡੰਡੀ। ਸੋਚਣਾ ਹੋਵੇਗਾ ਕਿ ਆਖਰ ਇਸ ਦਾ ਅਸਲ ਕਾਰਨ ਕੀ ਹੈ ਡੰਡੀ। ਵੇਖਿਆ ਜਾਵੇ ਤਾਂ ਜ਼ਿਆਦਾਤਰ ਮਸਲਿਆਂ ਵਿੱਚ ਛੋਟੀ ਉਮਰ ਦੇ ਬੱਚੇ ਜਾਂ ਫਿਰ ਨੌਜਵਾਨ ਵਰਗ ਸ਼ਾਮਿਲ ਹੁੰਦਾ ਹੈ ਡੰਡੀ। ਅੱਜ ਦੌੜ ਭੱਜ ਵਾਲੀ ਜ਼ਿੰਦਗੀ ਦੇ ਚਲਦਿਆਂ ਲੋਕ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ ਡੰਡੀ। ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਕਰੋਨਾ ਕਾਲ ਦੌਰਾਨ ਘਰਾਂ ਵਿੱਚ ਰਹਿਣ ਕਾਰਨ ਜਾਂ ਫਿਰ ਬੇਰੁਜ਼ਗਾਰੀ ਦੇ ਚਲਦਿਆਂ ਵਧਿਆ ਮਾਨਸਿਕ ਤਣਾਅ ਇਕੱਲਾਪਨ ਇੱਕ ਬਹੁਤ ਵੱਡਾ ਕਾਰਨ ਬਣ ਚੁੱਕਾ ਹੈ ਖੁਦਕੁਸ਼ੀਆਂ ਦਾ ਡੰਡੀ। ਹਰ ਰੋਜ਼ ਕੋਈ ਨਾ ਕੋਈ ਇਹੋ ਜਿਹੀ ਘਟਨਾ ਸੁਣਨ ਨੂੰ ਮਿਲਦੀ ਹੈ ਜਿਸ 'ਤੇ ਵਿਸ਼ਵਾਸ ਕਰਨਾ ਵੀ ਔਖਾ ਹੋ ਜਾਂਦਾ ਹੈ ਡੰਡੀ। ਅੱਜ ਸਮਾਜ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਮਾੜਾ ਵਕਤ ਬਹੁਤ ਚਿਰ ਨਹੀਂ ਟਿਕਦਾ। ਲੋੜ ਹੈ ਚੰਗੀ ਸੋਚ ਨੂੰ ਅਪਣਾ ਕੇ ਜ਼ਿੰਦਗੀ ਜਿਉਣ ਦੀ ਡੰਡੀ। ਮੁਸ਼ਕਲਾਂ ਤੋਂ ਘਬਰਾਏ ਬਿਨਾਂ ਉਸਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਡੰਡੀ। ਜ਼ਿੰਦਗੀ ਨੂੰ ਖਤਮ ਕਰ ਲੈਣਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਡੰਡੀ। ਸਰਕਾਰਾਂ ਵੱਲੋਂ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਕੇ ਅੰਦੋਲਨਕਾਰੀਆਂ ਨੂੰ ਤੰਗ ਪਰੇਸ਼ਾਨ ਕਰਨਾ ਸਹੀ ਨਹੀਂ। ਇਹ ਮਨੁੱਖੀ ਅਧਿਕਾਰਾਂ ਦਾ ਸਿੱਧੇ ਰੂਪ ਵਿੱਚ ਘਾਣ ਹੈ ਡੰਡੀ। ਇਸ ਅੰਦੋਲਨ ਵਿੱਚ ਹੁਣ ਤੱਕ ਤਕਰੀਬਨ 200 ਕਿਸਾਨ ਸ਼ਹੀਦ ਹੋ ਚੁੱਕੇ ਹਨ ਅਤੇ ਤਕਰੀਬਨ 70-75 ਦਿਨ ਅੰਦੋਲਨ ਨੂੰ ਹੋ ਗਏ ਹਨ ਡੰਡੀ। ਇਸ ਅੰਕੜੇ ਦੇ ਹਿਸਾਬ ਨਾਲ ਹਰ ਰੋਜ਼ ਤਕਰੀਬਨ 3 ਕਿਸਾਨ ਸ਼ਹੀਦੀ ਪਾ ਰਹੇ ਹਨ ਡੰਡੀ। ਕੀ ਕੋਈ ਦੱਸ ਸਕਦਾ ਹੈ ਕਿ ਇਹਨਾਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ? ਪ੍ਰਸ਼ਨ ਚਿੰਨ੍ਹ। ਕਿ ਸਰਕਾਰ ਦਾ ਫਰਜ਼ ਨਹੀਂ ਬਣਦਾ ਕਿ ਆਪਣੇ ਦੇਸ਼ ਦੇ ਨਾਗਰਿਕਾਂ ਦਾ ਖਿਆਲ ਰੱਖੇ? ਪ੍ਰਸ਼ਨ ਚਿੰਨ੍ਹ। ਕਿ ਕਿਸਾਨ ਇਸ ਦੇਸ਼ ਦੇ ਵਸਨੀਕ ਨਹੀਂ? ਪ੍ਰਸ਼ਨ ਚਿੰਨ੍ਹ। ਕਿ ਇਹ ਦੇਸ਼ ਕਿਸਾਨਾਂ ਦਾ ਨਹੀਂ? ਪ੍ਰਸ਼ਨ ਚਿੰਨ੍ਹ। ਲੋੜ ਹੈ ਇਸ ਸਮੇਂ ਉਹਨਾਂ ਸੰਸਥਾਵਾਂ ਨੂੰ ਹਾਂ ਦਾ ਨਾਅਰਾ ਮਾਰਨ ਦੀ ਜੋ ਮਨੁੱਖੀ ਅਧਿਕਾਰ ਦੀ ਗੱਲ ਕਰਦੀਆਂ ਹਨ ਡੰਡੀ। ਪਰ ਜੰਗਲ ਵਿੱਚ ਅਗਜਨੀ ਦੀਆਂ ਘਟਨਾਵਾਂ ਮਨੁੱਖਤਾ ਨੂੰ ਐਸਾ ਪੀੜਾ ਦੇ ਰਹੀਆਂ ਹਨ। ਉੱਥੇ ਖੇਤੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਅਵਾਰਾ ਪਸ਼ੂਆਂ ਆਦਿ ਦੇ ਸੰਕਟ ਗਹਿਰਾਏ ਹੋਏ ਹਨ ਡੰਡੀ। ਸਰਕਾਰ ਦੀਆਂ ਨੀਤੀਆਂ ਵੱਧ ਜ਼ਿੰਮੇਵਾਰ ਹਨ ਡੰਡੀ। ਸਰਕਾਰ ਲੋਕਾਂ ਦੀ ਗੱਲ ਨਾ ਸੁਣਨ ਦੀ ਆਦਤ ਤੋਂ ਮਜਬੂਰ ਹੈ ਡੰਡੀ। ਜਨਤਾ ਦੀ ਦਲੀਲ, ਅਪੀਲ
ਖੂਹ ਖਾਤੇ ਸੁੱਟ ਕੇ ਜਨਤਕ ਰੋਹ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਡੰਡੀ ਸਰਕਾਰ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੇ ਢਿੱਡ 'ਤੇ ਲੱਤ ਨਾ ਮਾਰਦੇ ਹੋਏ ਇਹਨਾਂ ਸੰਕਟਾਂ ਨੂੰ ਅੜੀਅਲ ਵਤੀਰਾ ਛੱਡ ਕੇ ਹੱਲ ਕਰਨਾ ਚਾਹੀਦਾ ਹੈ। ਡੰਡੀ ਪੈਰਾ ਦਿੱਲੀ ਮੋਰਚਾ ਕੇਵਲ ਕਿਸਾਨਾਂ ਦਾ ਹੀ ਨਹੀਂ ਸਗੋਂ ਸਮੁੱਚੇ ਕਿਰਤੀ ਵਰਗ ਦੇ ਭਵਿੱਖ ਦੀ ਜ਼ਿੰਦਗੀ ਮੌਤ ਦਾ ਸਵਾਲ ਹੈ। ਡੰਡੀ ਇਸ ਦੀ ਸਫਲਤਾ ਵਿੱਚ ਵੇਲੜਾਂ ਅਤੇ ਮਕਾਰਾਂ ਦੀ ਹਾਰ ਸਪਸ਼ਟ ਦਿਖਾਈ ਦੇ ਰਹੀ ਹੈ। ਡੰਡੀ ਮਾਮੂਲੀ ਸਮਝ ਵਾਲਾ ਵਿਅਕਤੀ ਵੀ ਇਸ ਹਕੀਕਤ ਦੀ ਪਛਾਣ ਕਰ ਚੁੱਕਾ ਹੈ। ਡੰਡੀ ਕੇਂਦਰ ਦੀ ਸ਼ਾਤਰ ਸਰਕਾਰ ਕਿੰਨੇ ਮਰਜ਼ੀ ਤਰਲੇ ਲਵੇ ਜਾਂ ਹੱਥ ਕੰਡੇ ਵਰਤੇ ਲੋਕਾਂ ਦੀ ਜਿੱਤ ਯਕੀਨੀ ਹੈ। ਡੰਡੀ ਕਿਸੇ ਵੱਡੀ ਪ੍ਰਾਪਤੀ ਲਈ ਕੁਰਬਾਨੀ ਤਾਂ ਕਰਨੀ ਹੀ ਪੈਂਦੀ ਹੈ ਜੋ ਅਸੀਂ ਕਰ ਰਹੇ ਹਾਂ ਤੇ ਭਵਿੱਖ ਵਿੱਚ ਵੀ ਕਰਾਂਗੇ ਵੀ। ਡੰਡੀ ਪੈਰਾ ਭਾਜਪਾ ਸਰਕਾਰ ਦੇ ਬਹੁ ਗਿਣਤੀ ਹੋਣ ਕਾਰਨ ਖੇਤੀ ਕਾਨੂੰਨ ਪਾਸ ਕਰਕੇ ਵਿਰੋਧੀਆਂ ਨੂੰ ਅਤੇ ਕਿਸਾਨ ਅੰਦੋਲਨ ਦੇ ਆਗੂਆਂ ਦੀ ਗੱਲ ਨਾ ਸੁਣਨ ਦਾ ਤਰੀਕਾ ਫਾਸ਼ੀਵਾਦ ਦਾ ਸੂਚਕ ਹੈ। ਡੰਡੀ ਕਰੋਨਾ ਦਾ ਬਹਾਨਾ ਲਾਉਣਾ ਫੇਲ ਹੋ ਗਿਆ ਹੈ। ਡੰਡੀ ਕਿਸਾਨ ਅੰਦੋਲਨ ਨੇ ਸੰਸਾਰ ਪੱਧਰ 'ਤੇ ਹਮਦਰਦੀ ਪ੍ਰਾਪਤ ਕਰਕੇ ਨਾਮਣਾ ਖੱਟਿਆ ਹੈ। ਡੰਡੀ ਸਰਕਾਰ ਦੇ ਪੱਲੇ ਥੂ ਥੂ ਪੈ ਰਹੀ ਹੈ। ਡੰਡੀ ਹਰਮਨ ਪਿਆਰੇ ਅਜੀਤ ਦਾ ਸੰਪਾਦਕੀ ਠੀਕ ਵਿਸ਼ਲੇਸ਼ਣ ਹੈ। ਡੰਡੀ ਸਰਕਾਰ ਅਤੇ ਕਿਸਾਨ ਆਗੂਆਂ ਨੂੰ ਠੰਡੇ ਦਿਮਾਗ ਨਾਲ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਡੰਡੀ ਇਸ ਵਿੱਚ ਹੀ ਸਰਕਾਰ ਦਾ ਕਿਸਾਨ ਦਾ ਦੇਸ਼ ਦਾ ਭਲਾ ਹੋਵੇਗਾ। ਡੰਡੀ ਪੈਰਾ ਅਜੋਕੇ ਯੁੱਗ ਅੰਦਰ ਮੀਡੀਆ ਉੱਪਰ ਬਹੁਤ ਸਵਾਲ ਖੜੇ ਹੋ ਰਹੇ ਹਨ ਕਿ ਮੀਡੀਆ TRP ਖਾਤਰ ਪੀਲੀ ਪੱਤਰਕਾਰੀ ਕਰ ਰਿਹਾ ਹੈ ਅਤੇ ਆਮ ਜਨਤਾ ਅਜੋਕੇ ਮੀਡੀਆ ਨੂੰ ਵਿਕਾਊ ਵੀ ਆਖ ਰਹੀ ਹੈ। ਪਰ ਅਸੀਂ ਧੰਨਵਾਦੀ ਹਾਂ ਪ੍ਰਿੰਟ ਮੀਡੀਆ ਦੇ ਜੋ ਆਮ ਜਨਤਾ ਤੱਕ ਸਹੀ ਜਾਣਕਾਰੀ ਪਹੁੰਚਾ ਰਿਹਾ ਹੈ। ਡੰਡੀ ਅਖਬਾਰ ਹੀ ਹੈ ਜੋ ਸਾਨੂੰ ਸੁਚੇਤ ਕਰ ਰਹੀ ਹੈ। ਆਖਰ ਦੁਨੀਆ ਅੰਦਰ ਵਾਪਰ ਕੀ ਰਿਹਾ ਹੈ? ਪ੍ਰਸ਼ਨ ਚਿੰਨ੍ਹ ਦਿਨੋਂ ਦਿਨ ਲੋਕਾਂ ਦਾ ਭਰੋਸਾ ਪ੍ਰਿੰਟ ਮੀਡੀਆ ਵੱਲ ਵੱਧ ਰਿਹਾ ਹੈ। ਡੰਡੀ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਮੇਂ-ਸਮੇਂ 'ਤੇ ਸਰਬ ਸਿੱਖਿਆ ਅਭਿਆਨ ਅਤੇ ਸਮਗਰਾ ਯੋਜਨਾ ਅਧੀਨ ਸਕੂਲਾਂ ਦੀਆਂ ਇਮਾਰਤਾਂ, ਲਾਇਬ੍ਰੇਰੀਆਂ, ਚਾਰ ਦੀਵਾਰੀ, ਕਲੀ ਰੰਗ ਰੋਗਨ, ਦਫ਼ਤਰੀ ਖਰਚੇ, ਪੁਸਤਕਾਂ ਦੀ ਖਰੀਦ, ਲਾਇਬ੍ਰੇਰੀ, ਅਨੇਕਾਂ ਮੁਕਾਬਲਿਆਂ ਅਤੇ ਹੋਰ ਖਰੀਦੋ ਫਰੋਖਤ ਲਈ ਲੱਖਾਂ ਰੁਪਇਆਂ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਡੰਡੀ ਸਰਕਾਰੀ ਸਕੂਲਾਂ ਦੀ ਬਿਹਤਰੀ ਅਤੇ ਸੁਧਾਰ ਲਈ ਸਰਕਾਰਾਂ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਡੰਡੀ ਇਹਨਾਂ ਗ੍ਰਾਂਟਾਂ ਦੇ ਆਉਣ ਨਾਲ ਸਰਕਾਰੀ ਸਕੂਲਾਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਵੀ ਹੋਈ ਹੈ। ਡੰਡੀ ਪਰ ਇਹਨਾਂ ਗ੍ਰਾਂਟਾਂ ਨੂੰ ਜਾਰੀ ਕਰਨ ਅਤੇ ਖਰਚ ਕਰਨ ਸੰਬੰਧੀ ਸਹਿਯੋਗ ਵਿਉਂਤਬੰਦੀ ਨਾ ਹੋਣ ਕਾਰਨ ਸਕੂਲ ਮੁਖੀਆਂ ਅਤੇ ਅਧਿਆਪਕ ਵਰਗ ਨੂੰ ਜਿਨ੍ਹਾਂ ਸਮੱਸਿਆਵਾਂ ਅਤੇ ਸਿਰਦਰਦੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਦੀ ਫਿਕਰਮੰਦੀ ਨਾ ਸਰਕਾਰਾਂ ਨੂੰ ਹੈ ਅਤੇ ਨਾ
ਹੀ ਸਿੱਖਿਆ ਵਿਭਾਗ ਨੂੰ ਡੰਡੀ। ਇੱਕ ਸਿੱਖਿਆ ਸ਼ਾਸਤਰੀ ਦਾ ਕਹਿਣਾ ਹੈ ਕਿ ਇਹਨਾਂ ਗ੍ਰਾਂਟਾਂ ਦੇ ਨਾਲ ਨਾਲ ਬੱਚਿਆਂ ਦੀ ਪੜ੍ਹਾਈ ਅਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਡੰਡੀ। ਸਰਕਾਰੀ ਸਕੂਲਾਂ ਨੂੰ ਜਾਰੀ ਕੀਤੀਆਂ ਜਾਣ ਵਾਲੀਆਂ ਗ੍ਰਾਂਟਾਂ ਦੀਆਂ ਖਾਮੀਆਂ ਭਰਪੂਰ ਪ੍ਰਕਿਰਿਆ ਦਾ ਜੋ ਖਮਿਆਜ਼ਾ ਸਕੂਲ ਮੁਖੀਆਂ ਅਤੇ ਅਧਿਆਪਕ ਵਰਗ ਨੂੰ ਭੁਗਤਣਾ ਪੈਂਦਾ ਹੈ, ਉਸ ਦੀ ਗੱਲ ਕਰਨ ਤੋਂ ਪਹਿਲਾਂ ਗ੍ਰਾਂਟਾਂ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸਮਝ ਲੈਣਾ ਜ਼ਿਆਦਾ ਚੰਗਾ ਹੋਵੇਗਾ। ਡੰਡੀ ਭਰਾ। ਸਭ ਤੋਂ ਪਹਿਲਾਂ ਤਾਂ ਸਰਕਾਰੀ ਸਕੂਲਾਂ ਨੂੰ ਇਹਨਾਂ ਗ੍ਰਾਂਟਾਂ ਨੂੰ ਜਾਰੀ ਕਰਨ ਦਾ ਕੋਈ ਨਿਸ਼ਚਿਤ ਸਮਾਂ ਹੀ ਨਹੀਂ। ਡੰਡੀ। ਸਰਕਾਰਾਂ ਵੱਲੋਂ ਸਰਕਾਰੀ ਸਕੂਲਾਂ ਨੂੰ ਇਹ ਗ੍ਰਾਂਟਾਂ ਸਾਲ ਦੇ ਅਖੀਰ ਦੇ ਉਹਨਾਂ ਮਹੀਨਿਆਂ ਵਿੱਚ ਭੇਜੀਆਂ ਜਾਂਦੀਆਂ ਹਨ ਜਦੋਂ ਬੱਚਿਆਂ ਦੀ ਪੜ੍ਹਾਈ ਦਾ ਸਮਾਂ ਹੁੰਦਾ ਹੈ। ਡੰਡੀ। ਉੱਧਰ ਬੱਚਿਆਂ ਨੂੰ ਮਿਹਨਤ ਕਰਵਾਉਣ ਅਤੇ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਦਾ ਸਮਾਂ ਹੁੰਦਾ ਹੈ। ਦੂਜੇ ਪਾਸੇ ਸਿੱਖਿਆ ਵਿਭਾਗ ਸਕੂਲ ਮੁਖੀਆਂ ਤੋਂ ਗ੍ਰਾਂਟਾਂ ਖਰਚ ਕਰਕੇ ਵਰਤੋਂ ਸਰਟੀਫਿਕੇਟ ਮੰਗ ਰਿਹਾ ਹੁੰਦਾ ਹੈ। ਡੰਡੀ। ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਦੇ ਨੱਕ ਵਿੱਚ ਦਮ ਕੀਤਾ ਹੁੰਦਾ ਹੈ ਕਿ ਗ੍ਰਾਂਟਾਂ ਖਰਚ ਕਰਕੇ ਵਰਤੋਂ ਸਰਟੀਫਿਕੇਟ ਤੁਰੰਤ ਪੁੱਜਦਾ ਕੀਤਾ ਜਾਵੇ। ਡੰਡੀ। ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਹੁੰਦਾ ਕਿ ਉਹ ਬੱਚਿਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਜਾਂ ਗ੍ਰਾਂਟਾਂ ਨੂੰ ਖਰਚ ਕਰਨ। ਡੰਡੀ। ਕਈ ਵਾਰ ਤਾਂ ਅਜਿਹੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ ਕਿ 31 ਮਾਰਚ ਜੋ ਕਿ ਗ੍ਰਾਂਟ ਖਰਚ ਕਰਨ ਅਤੇ ਵਰਤੋਂ ਸਰਟੀਫਿਕੇਟ ਦੇਣ ਦੀ ਆਖਰੀ ਮਿਤੀ ਹੁੰਦੀ ਹੈ, ਉਸ ਤੋਂ 8-10 ਦਿਨ ਪਹਿਲਾਂ ਗ੍ਰਾਂਟ ਜਾਰੀ ਕੀਤੀ ਜਾਂਦੀ ਹੈ। ਡੰਡੀ। ਹੁਣ ਦੱਸੋ ਕਿ 8-10 ਦਿਨ ਵਿੱਚ ਗ੍ਰਾਂਟ ਕਿਵੇਂ ਖਰਚ ਹੋ ਸਕਦੀ ਹੈ? ਪ੍ਰਸ਼ਨ ਚਿੰਨ੍ਹ। ਕਈ ਵਾਰ ਤਾਂ ਸਕੂਲ ਮੁਖੀਆਂ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਵਰਤੋਂ ਸਰਟੀਫਿਕੇਟ ਭੇਜ ਦਿਓ, ਗ੍ਰਾਂਟ ਬਾਅਦ ਵਿੱਚ ਖਰਚ ਕਰਦੇ ਰਹੋ। ਡੰਡੀ। ਮੈਨੂੰ ਅੱਜ ਤੱਕ 31 ਮਾਰਚ ਤੱਕ ਗ੍ਰਾਂਟ ਖਰਚ ਕਰਨ ਅਤੇ ਵਿੱਦਿਅਕ ਵਰ੍ਹੇ ਦੇ ਅਖੀਰਲੇ ਮਹੀਨਿਆਂ ਵਿੱਚ ਗ੍ਰਾਂਟਾਂ ਜਾਰੀ ਕਰਨ ਦਾ ਮਾਮਲਾ ਸਮਝ ਨਹੀਂ ਆਇਆ। ਡੰਡੀ। ਮੈਂ ਆਪਣੀ ਗੱਲ ਹੋਰ ਸਪਸ਼ਟ ਕਰਨ ਲਈ ਜੂਡੋ ਕਰਾਟੇ ਦੀ ਉਦਾਹਰਨ ਦੇਣੀ ਚਾਹਾਂਗਾ। ਡੰਡੀ। ਜੂਡੋ ਕਰਾਟੇ ਮਾਹਿਰਾਂ ਦੀ ਘਾਟ ਹੋਣ ਕਰਕੇ ਉਹਨਾਂ ਨੇ ਕਈ ਸਕੂਲਾਂ ਵਿੱਚ ਜਾਣਾ ਹੁੰਦਾ ਹੈ। ਡੰਡੀ। ਜਿਸ ਮਹੀਨੇ ਵਿੱਚ ਜੂਡੋ ਕਰਾਟੇ ਦੀ ਗ੍ਰਾਂਟ ਜਾਰੀ ਕੀਤੀ ਜਾਂਦੀ ਹੈ, ਉਸ ਮਹੀਨੇ ਤੋਂ ਲੈ ਕੇ ਕਰਾਟੇ ਸਿਖਾਉਣ ਦੇ ਮਿੱਥੇ ਦਿਨ ਬਹੁਤ ਹੀ ਔਖੇ ਹੋ ਕੇ ਪੂਰੇ ਹੁੰਦੇ ਹਨ। ਡੰਡੀ। ਕਈ ਵਾਰ ਤਾਂ ਦਿਨ ਪੂਰੇ ਵੀ ਨਹੀਂ ਹੁੰਦੇ। ਡੰਡੀ। ਸਕੂਲ ਮੁਖੀਆਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਬੱਚਿਆਂ ਨੂੰ ਕਰਾਟੇ ਸਿਖਾਉਣ ਜਾਂ ਫਿਰ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ। ਡੰਡੀ। ਸਟਾਰਟ। ਜਿਸ ਦਾ ਨਤੀਜਾ ਹੁੰਦਾ ਹੈ ਕਿ ਗ੍ਰਾਂਟ ਖਰਚ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਹੁੰਦੀ। ਡੰਡੀ। ਸਰਕਾਰੀ ਸਕੂਲਾਂ ਲਈ ਪੁਸਤਕਾਂ ਦੀ ਗ੍ਰਾਂਟ ਜਾਰੀ ਕਰਨ ਵੇਲੇ ਸਿੱਖਿਆ ਵਿਭਾਗ ਇਹ ਗੱਲ ਸੋਚਦਾ ਹੀ ਨਹੀਂ ਕਿ ਪੁਸਤਕਾਂ ਦੀ ਗ੍ਰਾਂਟ ਦੇਣ ਦੇ ਨਾਲ ਸਕੂਲਾਂ ਵਿੱਚ ਕਮਰਾ ਅਤੇ
ਲਾਇਬ੍ਰੇਰੀਅਨ ਦੀ ਅਸਾਮੀ ਵੀ ਹੋਣੀ ਲਾਜ਼ਮੀ ਹੈ। ਡੰਡੀ ਭਾਵੇਂ ਸਕੂਲਾਂ ਵਿੱਚ ਲਾਇਬ੍ਰੇਰੀਆਂ ਬਣਾਉਣ ਲਈ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ, ਪਰ ਸਾਰੇ ਸਕੂਲਾਂ ਵਿੱਚ ਲਾਇਬ੍ਰੇਰੀਆਂ ਲਈ ਨਾ ਕਮਰੇ ਹਨ ਅਤੇ ਨਾ ਹੀ ਲਾਇਬ੍ਰੇਰੀਅਨ ਦੀ ਅਸਾਮੀ ਹੈ। ਡੰਡੀ ਇਸੇ ਕਾਰਨ ਅਨੇਕਾਂ ਸਕੂਲਾਂ ਵਿੱਚ ਅਲਮਾਰੀਆਂ ਵਿੱਚ ਪਈਆਂ ਪੁਸਤਕਾਂ 'ਤੇ ਧੂੜ ਜੰਮ ਰਹੀ ਹੈ। ਡੰਡੀ ਹਰ ਸਾਲ ਸਰਕਾਰ ਵੱਲੋਂ ਸਕੂਲਾਂ ਨੂੰ ਲੱਖਾਂ ਰੁਪਇਆਂ ਦੀਆਂ ਗ੍ਰਾਂਟਾਂ ਮੁਰੰਮਤ ਅਤੇ ਕਮਰਿਆਂ ਦੀ ਉਸਾਰੀ ਲਈ ਜਾਰੀ ਕੀਤੀਆਂ ਜਾਂਦੀਆਂ ਹਨ। ਡੰਡੀ ਪਰ ਉਹਨਾਂ ਗ੍ਰਾਂਟਾਂ ਨੂੰ ਖਰਚ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਨਾ ਕੋਈ ਇੰਜੀਨੀਅਰ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਨਾ ਹੀ ਵਿਭਾਗ ਉਹਨਾਂ ਇਮਾਰਤਾਂ ਦੀ ਉਸਾਰੀ ਸਮੇਂ ਕਿਸੇ ਤਰ੍ਹਾਂ ਦੀ ਨਜ਼ਰਸਾਨੀ ਕਰਦਾ ਹੈ। ਡੰਡੀ ਸਕੂਲ ਮੁਖੀ ਮਜਬੂਰੀ ਵਸ ਜਿਵੇਂ ਕਿਵੇਂ ਇਮਾਰਤ ਬਣਾਉਣ ਲਈ ਅਤੇ ਵਿਭਾਗ ਨੂੰ ਵਰਤੋਂ ਸਰਟੀਫਿਕੇਟ ਦੇਣ ਲਈ ਗ੍ਰਾਂਟ ਖਰਚ ਕਰ ਦਿੰਦਾ ਹੈ। ਡੰਡੀ ਸਿੱਖਿਆ ਵਿਭਾਗ ਨੂੰ ਪਤਾ ਹੁੰਦਾ ਹੈ ਕਿ ਇੰਨੇ ਘੱਟ ਸਮੇਂ ਵਿੱਚ ਇਮਾਰਤ ਨਹੀਂ ਬਣਾਈ ਜਾ ਸਕਦੀ, ਪਰ ਫਿਰ ਵੀ ਸਕੂਲ ਮੁਖੀਆਂ ਨੂੰ ਵਾਰ-ਵਾਰ ਵਰਤੋਂ ਸਰਟੀਫਿਕੇਟ ਦੇਣ ਲਈ ਕਿਹਾ ਜਾਂਦਾ ਹੈ। ਡੰਡੀ ਅਜਿਹੀ ਸਥਿਤੀ ਵਿੱਚ ਸਕੂਲ ਮੁਖੀਆਂ ਤੋਂ ਨਿਯਮਾਂ ਦੀ ਉਲੰਘਣਾ ਹੋ ਜਾਂਦੀ ਹੈ। ਡੰਡੀ ਸਕੂਲ ਮੁਖੀਆਂ ਵੱਲੋਂ ਖਰਚ ਕੀਤੀਆਂ ਗਈਆਂ ਗ੍ਰਾਂਟਾਂ ਦਾ ਜਦੋਂ ਆਡਿਟ ਹੁੰਦਾ ਹੈ ਉਦੋਂ ਉਹਨਾਂ ਨੂੰ ਜਵਾਬਦੇਹ ਹੋਣਾ ਪੈਂਦਾ ਹੈ। ਡੰਡੀ ਸਕੂਲ ਦੇ ਵਿਰੁੱਧ ਆਡਿਟ ਪਹਿਰੇ ਬਣ ਜਾਂਦੇ ਹਨ। ਡੰਡੀ ਜਦੋਂ ਕਿ ਸਕੂਲ ਮੁਖੀ ਉਹਨਾਂ ਲਈ ਰਤਾ ਵੀ ਜ਼ਿੰਮੇਵਾਰ ਨਹੀਂ ਹੁੰਦੇ। ਡੰਡੀ ਇਹ ਸਾਰਾ ਕੁਝ ਇਸ ਲਈ ਹੁੰਦਾ ਹੈ ਕਿਉਂਕਿ ਵਿਉਂਤਬੰਦੀ ਦੀ ਘਾਟ ਹੈ। ਡੰਡੀ ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਇਮਾਰਤਾਂ ਸੰਬੰਧੀ ਜਾਰੀ ਕੀਤੀਆਂ ਜਾਣ ਵਾਲੀਆਂ ਗ੍ਰਾਂਟਾਂ ਲੋਕ ਨਿਰਮਾਣ ਵਿਭਾਗ ਦੇ ਮਾਧਿਅਮ ਰਾਹੀਂ ਹੀ ਖਰਚੀਆਂ ਜਾਣ ਜਾਂ ਫਿਰ ਸਮਗਰਾ ਅਧੀਨ ਇੰਜੀਨੀਅਰ ਨਿਯੁਕਤ ਕਰਕੇ ਇਮਾਰਤਾਂ ਬਣਾਉਣ ਦਾ ਕੰਮ ਉਹਨਾਂ ਨੂੰ ਸੌਂਪਿਆ ਜਾਵੇ। ਡੰਡੀ ਇਹਨਾਂ ਗ੍ਰਾਂਟਾਂ ਨੂੰ ਜਾਰੀ ਕਰਨ ਅਤੇ ਖਰਚਣ ਦੀ ਪੂਰੀ ਵਿਉਂਤਬੰਦੀ ਦੀ ਘਾਟ ਕਾਰਨ ਸਕੂਲ ਮੁਖੀਆਂ ਅਤੇ ਅਧਿਆਪਕ ਵਰਗ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡੰਡੀ ਹੁਣ ਸਵਾਲ ਇਹ ਹੈ ਕਿ ਇਹਨਾਂ ਗ੍ਰਾਂਟਾਂ ਦੀ ਵਰਤੋਂ ਸੰਬੰਧੀ ਸਮੱਸਿਆਵਾਂ ਅਤੇ ਘਾਟਾਂ ਨੂੰ ਦੂਰ ਕਿਵੇਂ ਕੀਤਾ ਜਾਵੇ। ਪ੍ਰਸ਼ਨ ਚਿੰਨ੍ਹ ਇਹਨਾਂ ਦੀ ਵਰਤੋਂ ਲਈ ਕਿਸ ਤਰ੍ਹਾਂ ਦੀ ਵਿਉਂਤਬੰਦੀ ਕੀਤੀ ਜਾਵੇ। ਪ੍ਰਸ਼ਨ ਚਿੰਨ੍ਹ ਸਭ ਤੋਂ ਪਹਿਲਾਂ ਤਾਂ ਇਹ ਗ੍ਰਾਂਟਾਂ ਵਿੱਦਿਅਕ ਵਰ੍ਹੇ ਦੇ ਆਰੰਭ ਵਿੱਚ ਹੀ ਜਾਰੀ ਕੀਤੀਆਂ ਜਾਣ। ਡੰਡੀ 31 ਮਾਰਚ ਤੱਕ ਗ੍ਰਾਂਟ ਖਰਚ ਕਰਕੇ ਵਰਤੋਂ ਸਰਟੀਫਿਕੇਟ ਦੇਣ ਦੀ ਪਾਬੰਦੀ ਹਟਾਈ ਜਾਵੇ। ਡੰਡੀ ਇਮਾਰਤਾਂ ਬਣਾਉਣ ਅਤੇ ਮੁਰੰਮਤ ਦਾ ਕੰਮ ਸਕੂਲ ਮੁਖੀਆਂ ਤੋਂ ਲੈ ਕੇ ਲੋਕ ਨਿਰਮਾਣ ਵਿਭਾਗ ਨੂੰ ਦਿੱਤਾ ਜਾਵੇ। ਡੰਡੀ ਹਰ ਗ੍ਰਾਂਟ ਨੂੰ ਖਰਚ ਕਰਨ ਲਈ ਲਗਭਗ 2 ਮਹੀਨੇ ਦਾ ਸਮਾਂ ਜ਼ਰੂਰ ਦਿੱਤਾ ਜਾਵੇ। ਡੰਡੀ ਹਰ ਸਕੂਲ ਲਈ ਲਾਇਬ੍ਰੇਰੀ ਲਈ ਕਮਰਾ ਅਤੇ ਲਾਇਬ੍ਰੇਰੀਅਨ ਦੀ ਅਸਾਮੀ ਜ਼ਰੂਰ ਦਿੱਤੀ ਜਾਵੇ। ਡੰਡੀ ਗ੍ਰਾਂਟਾਂ ਜਾਰੀ ਕਰਨ ਵਾਲਾ ਪਲਾਨ ਅਤੇ ਡਾਈਸ ਫਾਰਮ ਵਿੱਦਿਅਕ ਵਰ੍ਹੇ ਦੇ ਆਰੰਭ ਵਿੱਚ ਹੀ ਤਿਆਰ ਕੀਤੇ ਜਾਣ। ਡੰਡੀ ਸਕੂਲ ਮੁਖੀਆਂ ਨੂੰ ਗ੍ਰਾਂਟਾਂ ਖਰਚ ਕਰਨ ਦੀ ਜ਼ਿੰਮੇਵਾਰੀ ਘੱਟ ਤੋਂ ਘੱਟ ਦਿੱਤੀ ਜਾਵੇ। ਡੰਡੀ ਕਾਲਜਾਂ ਵਾਂਗ ਸਕੂਲਾਂ ਵਿੱਚ ਵੀ ਗ੍ਰਾਂਟਾਂ ਖਰਚ ਕਰਨ ਅਤੇ ਖਰੀਦੋ ਫਰੋਖਤ ਲਈ ਅੱਡ ਕਰਮਚਾਰੀ ਦੀ ਨਿਯੁਕਤੀ ਕੀਤੀ ਜਾਵੇ।
डंडी स्टार्ट। दिल्ली दियां बरूहां उपर देश भर दे किसान, औरतां, मर्द, जवान ते बच्चे पिछले 74 दिन तो बैठे सन जद वित्त मंत्री सीतारमन ने देश का 34,36,284 करोड़ का बजट पेश किया, जो कि पिछले साल 2020-21 के सौदे अनुमानां दे 34,50,305 करोड़ के मुकाबले 14,019 करोड़ घट है। डंडी इस बजट विच सरकार ने 809,701 करोड़ रुपए तां विआज दे ही मोड़न वास्ते रखे हैं। डंडी भाव असल बजट तां केवल 26,73,535 करोड़ रह गया है। डंडी विआज दी पिछले 2 साल दी राशि नाल मुकाबला करते हुए स्पष्ट हो जाता है कि देश का अर्थचारा हर साल करजे हेठ डुब रहा है अते विआज दे भुगतान वास्ते राशि वधदी जाती है। डंडी स्पष्ट है कि साडे बजट का करीब चौथा हिस्सा तां विआज मोड़न विच ही चला जाता है। डंडी करजे दे इस बोझ का प्रभाव किसानी खेत मजदूरां अते होर गरीब जनता उपर पैंदा है, जिन्हां नूं जो कुछ राहत सरकार वल्लों मिलती है वो भी घट जाती है। डंडी परा खेती दे संकट नूं वेखदे होए किसानां दे देश व्यापी रोह अगे केंद्र दे अड़ियल रवैये दे बावजूद इस सरकार वल्लों बजट राहीं खेती संकट दे हल लई कोशिश कीते जाण दी उम्मीद सी अते विशेष तौर ते देश दे 14.5 करोड़ किसानां विचों छोटे ते सीमांत किसानां दा ध्यान रखे जाण दी आस कीती जांदी सी। डंडी पर इस बजट विच पूरे खेती खेतर दा तां कि सगों प्रधानमंत्री किसान निधि दे पात्र 9 करोड़ किसानां दा भी ध्यान नहीं रखा गया। डंडी इस बजट विच खेतीबाड़ी ते होर संबंधित कारजां वास्ते एक 64,301 करोड़ का बजट रखा गया है, जो कि पिछले साल दे इन्हां खेतरां वास्ते रखे 54,775 करोड़ दे बजट दे मुकाबले 6,474 करोड़ रुपए घट है। डंडी पिछले साल दे मुकाबले खेती पालन वास्ते 84,361 करोड़ दी थां 78,413 करोड़ खेती वित्ती संस्थावां दे 19,098 करोड़ दी थां 17,679 करोड़ सूबिਆਂ ਨੂੰ ਗ੍ਰਾਂਟਾਂ 12,817 करोड़ दी बजाए 12,668 करोड़ रखीਆਂ गईਆਂ ਹਨ। खेती ਲਈ ਖਾਦਾਂ वास्ते 38,990 करोड़ दी थां भी 762 करोड़ भोजन भंडारण ते वेयर हाउसिंग वास्ते 4,37,374 करोड़ दी थां केवल 2,50,697 करोड़ रखे हैं। डंडी खेती खेतरां विच बजट विच वड्डी कटौती कीती गई है। डंडी खादां दा कुल बजट पिछले साल दा सौदिया अनुमान 1,33,947 करोड़ तो घटा के केवल 79,530 करोड़ करके करीब अद्धा कर दिता है। पिछले साल दे मुकाबले 54,417 करोड़ की कमी कर दी है। डंडी बल्कि खाद दा बजट तां साल 2019-20 दे होए असल खर्चे 81,124 करोड़ तो भी 1
594 ਕਰੋੜ ਘੱਟ ਰੱਖਿਆ ਗਿਆ ਹੈ, ਜਦਕਿ ਭਾਅ ਵਧੇ ਹਨ। ਯੂਰੀਆ ਦੀ ਸਬਸਿਡੀ ਦਾ ਬਜਟ ਜੋ ਕਿ ਪਿਛਲੇ ਸਾਲ ਦੇ ਸੋਧੇ ਅਨੁਮਾਨਾਂ ਅਨੁਸਾਰ 94,957 ਕਰੋੜ ਸੀ, ਉਹ ਘਟ ਕੇ 58,768 ਕਰੋੜ ਕਰ ਦਿੱਤਾ ਗਿਆ ਹੈ ਅਤੇ ਨਿਊਟਰੀਐਂਟ ਆਧਾਰਿਤ ਸਬਸਿਡੀ ਦਾ ਬਜਟ ਪਿਛਲੇ ਸਾਲ ਦੇ 38,990 ਕਰੋੜ ਦੇ ਸੋਧੇ ਅਨੁਮਾਨ ਤੋਂ ਘਟਾ ਕੇ ਕਰੀਬ ਅੱਧਾ ਕਰ ਦਿੱਤਾ ਗਿਆ ਹੈ, ਜੋ ਹੁਣ ਕੇਵਲ 20,762 ਕਰੋੜ ਰਹਿ ਗਿਆ ਹੈ। ਡੰਡੀ ਸਟਾਰਟ। ਇਹ ਰਾਸ਼ੀ 2019-20 ਦੇ 26,369 ਕਰੋੜ ਤੋਂ ਵੀ ਕਰੀਬ ਪੌਣੇ 6,000 ਕਰੋੜ ਘੱਟ ਹੈ। ਡੰਡੀ ਕਿਸਾਨੀ ਫਸਲਾਂ ਦੀ ਖਰੀਦ ਨੂੰ MSP 'ਤੇ ਖਰੀਦਣ ਦੀ ਨੀਤੀ ਨੂੰ ਤਿਲਾਂਜਲੀ ਦੇਣ ਲਈ ਰਾਸ਼ਟਰੀ ਭੋਜਨ ਸੁਰੱਖਿਆ ਤਹਿਤ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਭੋਜਨ ਸਬਸਿਡੀ ਦੀ ਰਕਮ ਜੋ ਪਿਛਲੇ ਸਾਲ ਸੋਧੇ ਅਨੁਮਾਨਾਂ ਮੁਤਾਬਕ 344,077 ਕਰੋੜ ਰੱਖੀ ਗਈ ਸੀ ਨੂੰ 141,461 ਕਰੋੜ ਘਟਾ ਕੇ 202,666 ਕਰੋੜ ਕਰ ਦਿੱਤੀ ਗਈ ਹੈ। ਡੰਡੀ ਭੋਜਨ ਸੁਰੱਖਿਆ ਕਾਨੂੰਨ ਵਾਸਤੇ ਅਨਾਜ ਦੀ ਵਿਕੇਂਦਰੀਕ੍ਰਿਤ ਖਰੀਦ ਵਾਸਤੇ ਭੋਜਨ ਸਬਸਿਡੀ ਦੀ ਰਕਮ ਪਿਛਲੇ ਸਾਲ ਦੇ ਸੋਧੇ ਅਨੁਮਾਨਾਂ ਦੇ 78,338 ਕਰੋੜ ਤੋਂ ਘਟਾ ਕੇ 40,000 ਕਰੋੜ ਭਾਵ ਕਰੀਬ ਅੱਧੀ ਕਰ ਦਿੱਤੀ ਗਈ ਹੈ। ਡੰਡੀ ਆਟਾ ਦਾਲ ਤਹਿਤ ਦਾਲਾਂ ਦੀ ਖਰੀਦ ਵਾਸਤੇ ਰਕਮ ਪਿਛਲੇ ਸਾਲ ਦੀ 620 ਕਰੋੜ ਤੋਂ ਘਟਾ ਕੇ 300 ਕਰੋੜ ਕਰ ਦਿੱਤੀ ਗਈ, ਜੋ 2019 ਦੇ 734 ਕਰੋੜ ਦਾ 40% ਹੀ ਰਹਿ ਗਈ। ਖੰਡ ਮਿੱਲਾਂ ਲਈ ਪਿਛਲੇ ਸਾਲ ਦੀ 3900 ਕਰੋੜ ਦੀ ਸਹਾਇਤਾ ਘਟਾ ਕੇ 1,000 ਕਰੋੜ ਕਰ ਦਿੱਤੀ ਗਈ ਹੈ। ਡੰਡੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਈ ਰਾਸ਼ੀ 1,081 ਕਰੋੜ ਤੋਂ ਘਟਾ ਕੇ 700 ਕਰੋੜ ਕਰ ਦਿੱਤੀ ਗਈ ਹੈ। ਡੰਡੀ ਕਿਸਾਨ ਊਰਜਾ ਸੁਰੱਖਿਆ ਮਹਾਂ ਅਭਿਆਨ ਦੇ ਜ਼ਰੂਰ 700 ਕਰੋੜ ਤੋਂ 776 ਕਰੋੜ ਕੀਤੇ ਗਏ ਹਨ, ਪਰ ਰਸੋਈ ਗੈਸ ਸਬਸਿਡੀ ਦੇ 35,605 ਕਰੋੜ ਤੋਂ ਘਟਾ ਕੇ 12,480 ਕਰੋੜ ਕਰਕੇ ਕਰੀਬ ਤੀਜਾ ਹਿੱਸਾ ਕਰ ਦਿੱਤੇ ਗਏ ਹਨ। ਡੰਡੀ ਇਹ 2019-20 ਦੀ 39,628 ਕਰੋੜ ਦੀ ਰਾਸ਼ੀ ਦੇ ਮੁਕਾਬਲੇ ਕਰੀਬ 42% ਹੀ ਹੈ। ਡੰਡੀ ਇਸ ਤਰ੍ਹਾਂ ਖੇਤੀ ਖੇਤਰ ਉੱਪਰ ਇਹ ਵੱਡੀ ਘਾਤ ਹੈ। ਡੰਡੀ ਫਸਲ ਬੀਮਾ ਯੋਜਨਾ ਜਿਸ ਦੀ ਬਹੁਤੀ ਰਾਸ਼ੀ ਰਿਲਾਇੰਸ ਵਰਗੀਆਂ ਵੱਡੀਆਂ ਬੀਮਾ ਕੰਪਨੀਆਂ ਨੂੰ ਜਾਂਦੀ ਹੈ ਲਈ 6,000 ਕਰੋੜ ਰੱਖੇ ਗਏ ਹਨ। ਡੰਡੀ ਪਿਛਲੇ 3 ਸਾਲਾਂ ਵਿੱਚ 66,000 ਕਰੋੜ ਰੁਪਏ ਕਿਸ਼ਤ ਦੇ ਗਏ। ਡੰਡੀ ਪਰ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਕੁੱਲ ਕਿਸ਼ਤ ਦਾ 17% ਹੀ ਮਿਲਿਆ। ਬਾਕੀ 54,500 ਕਰੋੜ ਰੁਪਏ ਕੰਪਨੀਆਂ ਨੂੰ ਮੁਨਾਫਾ ਮਿਲਿਆ। ਡੰਡੀ ਮਹਾਰਾਸ਼ਟਰ ਦੇ ਪ੍ਰਵਾਨੀ ਜ਼ਿਲ੍ਹੇ ਦੇ ਕਰੀਬ ਪੌਣੇ 3 ਲੱਖ ਕਿਸਾਨਾਂ ਨੂੰ 19.2 ਕਰੋੜ ਅਤੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੇ 154 ਕਰੋੜ 77 ਕਰੋੜ ਹਰੇਕ ਕੁੱਲ 173.2 ਕਰੋੜ ਰੁਪਏ ਕਿਸ਼ਤ ਦੇ ਦਿੱਤੇ। ਪਰ ਸੋਇਆਬੀਨ ਦੀ ਫਸਲ ਮਾਰੇ ਜਾਣ 'ਤੇ ਕਿਸਾਨਾਂ ਨੂੰ ਕੇਵਲ 30 ਕਰੋੜ ਰੁਪਏ ਮਿਲੇ, ਭਾਵ
143 ਕਰੋੜ ਰੁਪਏ ਕੰਪਨੀ ਕੋਲ ਚਲੇ ਗਏ। ਡੰਡੀ। ਪੰਜਾਬ ਵਰਗੇ ਰਾਜ ਜਿਸ ਨੂੰ ਅਜਿਹਾ ਬੀਮਾ ਮਨਜ਼ੂਰ ਨਹੀਂ, ਵਾਸਤੇ ਰਾਹਤ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤਾ ਗਿਆ। ਜਾਪਦਾ। ਡੰਡੀ। ਕਿਸਾਨੀ ਅਲਪਕਾਲੀਨ ਕਰਜ਼ਿਆਂ ਦੇ ਵਿਆਜ ਦੀ ਸਬਸਿਡੀ ਪਿਛਲੇ ਸਾਲ 175 ਕਰੋੜ ਤੋਂ ਘਟਾ ਕੇ 19,832 ਕਰੋੜ ਕਰ ਦਿੱਤੀ ਗਈ ਸੀ। ਇਸ ਸਾਲ ਹੋਰ ਵੀ ਘਟਾ ਕੇ ਕੇਵਲ 19,468 ਕਰੋੜ ਕਰ ਦਿੱਤੀ ਗਈ ਹੈ। ਡੰਡੀ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ 9 ਕਰੋੜ ਕਿਸਾਨ ਪਰਿਵਾਰਾਂ ਨੂੰ 500 ਰੁਪਏ ਮਹੀਨਾ ਪ੍ਰਤੀ ਪਰਿਵਾਰ 2,000 ਰੁਪਏ ਹਰ 4 ਮਹੀਨਿਆਂ ਬਾਅਦ ਦਿੱਤੇ ਜਾਂਦੇ ਹਨ, ਜੋ 3 ਰੁਪਏ 33 ਪੈਸੇ ਪ੍ਰਤੀ ਜੀ ਪ੍ਰਤੀ ਦਿਨ ਬਣਦੇ ਹਨ। ਡੰਡੀ। ਪਿਛਲੇ ਸਾਲ ਇਸ ਸਕੀਮ ਲਈ 75,000 ਕਰੋੜ ਦੀ ਰਾਸ਼ੀ ਰੱਖੀ ਗਈ ਸੀ, ਜੋ ਘਟਾ ਕੇ 65,000 ਕਰੋੜ ਕਰ ਦਿੱਤੀ ਗਈ ਹੈ। ਡੰਡੀ। ਜਦਕਿ ਨਵੇਂ ਖੇਤੀ ਕਾਨੂੰਨਾਂ ਕਾਰਨ ਗਰੀਬ ਕਿਸਾਨ ਪਰਿਵਾਰਾਂ ਦੀ ਮੌਜੂਦਾ 62.5% ਦੀ ਗਿਣਤੀ ਵਿੱਚ 20% ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਡੰਡੀ।